ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ। ਗੁਰਬਾਣੀ ਵਿੱਚ ਸਾਧ ਅਤੇ ਸੰਤ ਸ਼ਬਦ ਸਮਾਨ ਅਰਥਾਂ ਵਿੱਚ ਅਨੇਕ ਵਾਰ ਆਏ ਹਨ। ਸਾਧ ਜਾਂ ਸਾਧੂ ਤੋਂ ਭਾਵ ਧਰਮ ਤੇ ਰਸਤੇ ਉੱਪਰ ਚੱਲਣ ਵਾਲੇ ਭਲੇ ਪੁਰਸ਼ ਤੋਂ ਹੈ। ਸੰਗਤ ਦੇ ਸ਼ਬਦੀ ਅਰਥ ਹਨ ਮੇਲ ਜਾਂ ਮਿਲ ਬੈਠਣਾ। ਸਾਧ ਸੰਗਤ ਤੋਂ ਭਾਵ ਉੱਤਮ ਲੋਕਾਂ ਦਾ ਮਿਲ ਬੈਠਣਾ ਹੈ। ਸਿੱਖ ਧਰਮ ਵਿੱਚ ਸਾਧ ਸੰਗਤ ਨੂੰ ਸਿੱਖੀ ਆਚਰਨ ਦਾ ਮੁੱਖ ਆਧਾਰ ਮੰਨਿਆ ਗਿਆ ਹੈ। ਹਰ ਸਿੱਖ ਰੋਜ਼ਾਨਾ ਅਰਦਾਸ ਵਿੱਚ ਇਹ ਮੰਗ ਕਰਦਾ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇਸ ਲਈ ਗੁਰਮੁਖ ਪਿਆਰਿਆਂ ਦੇ ਇਕੱਠ ਦਾ ਨਾਮ ਹੀ ਸਤਸੰਗਤ ਦਾ ਸਾਧ ਜਾਂ ਸਾਧ ਸੰਗਤ ਹੈ। ਸੰਗਤ ਕੀ ਹੈ ਅਤੇ ਇਸ ਬਾਰੇ ਕਥਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ। ਸਤ ਸੰਗਤ ਦਾ ਜਾਂ ਸਾਧ ਸੰਗਤ ਉਹ ਹੈ ਜਿੱਥੇ ਕੇਵਲ ਇੱਕ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਚਰਚਾ ਜਾਂ ਬੰਦਗੀ ਹੋਵੇ। ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨ ਰੂਪੀ ਸੁੱਕੀ ਟਾਹਣੀ ਵੀ ਹਰੀ ਹੋ ਜਾਂਦੀ ਹੈ। ਇਹ ਸੁੱਕੇ ਕੱਖਾਂ ਦੇ ਹਰੇ ਹੋਣ ਦੇ ਸਮਾਨ ਹੈ। ਸਤ ਸੰਗਤ ਦੀ ਮਹਿਮਾ ਅਸੀਂ ਰੋਜ਼ਾਨਾ ਰਹਿਰਾਸ ਬਾਣੀ ਦਾ ਪਾਠ ਕਰਦੇ ਹੋਏ ਪੜ੍ਹਦੇ ਤੇ ਸੁਣਦੇ ਹਾਂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਸਿਆਣਿਆਂ ਦਾ ਕਥਨ ਹੈ ਕਿ ਆਮ ਮਨੁੱਖ ਦੀ ਜੀਵਨ ਘਾੜਤ ਵਿੱਚ 3 ਪ੍ਰਕਾਰ ਦੇ ਸੰਸਕਾਰਾਂ ਦਾ ਹਿੱਸਾ ਹੁੰਦਾ ਹੈ। ਕੁਝ ਸੰਸਕਾਰ ਮਨੁੱਖ ਆਪਣੇ ਮਾਤਾ ਪਿਤਾ ਤੋਂ ਲੈਂਦਾ ਹੈ। ਦੂਸਰਾ, ਸਮਾਜਿਕ ਪ੍ਰਾਣੀ ਹੋਣ ਕਰਕੇ ਮਨੁੱਖ ਦੂਸਰੇ ਦੀ ਸੰਗਤ ਦੇ ਵਿਚਾਰਾਂ ਦਾ ਪ੍ਰਭਾਵ ਬਹੁਤ ਜਲਦੀ ਕਬੂਲਦਾ ਹੈ। ਤੀਸਰਾ, ਇਹ ਨਿੱਜੀ ਅਨੁਭਵ ਜਾਂ ਤਜਰਬੇ ਰਾਹੀਂ ਆਪੇ ਦਾ ਵਿਕਾਸ ਕਰਦਾ ਹੈ। ਹੁਣ ਇਹਨਾਂ ਤਿੰਨਾਂ ਵਿੱਚੋਂ ਹੀ ਸੰਗਤ ਦਾ ਅਸਰ ਵਧੇਰੇ ਹੁੰਦਾ ਹੈ। ਮਨੁੱਖੀ ਜੀਵਨ ਦਾ ਆਧਾਰ ਉਸਦੇ ਵਿਚਾਰ ਹੁੰਦੇ ਹਨ। ਇਸ ਪ੍ਰਕਾਰ ਕਿਸੇ ਮਨੁੱਖ ਦੀ ਜੀਵਨ ਉਸਾਰੀ ਵਿੱਚ ਸੰਗਤ ਦਾ ਵਿਸ਼ੇਸ਼ ਸਥਾਨ ਹੁੰਦਾ ਹੈ। ਉੱਤਮ ਪੁਰਖਾਂ ਦੀ ਸੰਗਤ ਆਤਮਿਕ ਉੱਨਤੀ ਲਈ ਵੱਡਾ ਸਾਧਨ ਹੈ। ਸਾਡਾ ਲੋਕ ਮੁਹਾਵਰਾ ਹੈ, ਜੈਸੀ ਸੰਗਤ ਵੈਸੀ ਰੰਗਤਾ। ਭਗਤ ਕਬੀਰ ਜੀ ਤਾਂ ਮਨੁੱਖੀ ਮਨ ਨੂੰ ਪੰਛੀ ਦੀ ਤਰ੍ਹਾਂ ਮੰਨਦੇ ਹਨ। ਇਹ ਉੱਡ ਉੱਡ ਕੇ 10 ਦਿਸ਼ਾਵਾਂ ਵੱਲ ਜਾਂਦਾ ਹੈ। ਜਿਸ ਤਰ੍ਹਾਂ ਦਾ ਇਸ ਨੂੰ ਸੰਗਤ ਵਿੱਚੋਂ ਵਿਚਾਰਾਂ ਦਾ ਭੋਜਨ ਮਿਲਦਾ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸ ਦਾ ਭਾਵ ਕਿ ਬੁਰੀ ਸੰਗਤ ਮਨੁੱਖ ਨੂੰ ਬੁਰਾ ਬਣਾ ਦਿੰਦੀ ਹੈ ਅਤੇ ਚੰਗੀ ਸੰਗਤ ਚੋਂ ਚੰਗਾ ਪ੍ਰਭਾਵ ਕਬੂਲ ਕਰ ਲੈਂਦਾ ਹੈ। ਇਸੇ ਲਈ ਸਿੱਖ ਧਰਮ ਵਿੱਚ ਸਾਧ ਸੰਗਤ ਭਾਵ ਉੱਤਮ ਪੁਰਖਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਪਿਛੋਕੜ ਵਿੱਚ ਜਾਈਏ ਤਾਂ ਹਿੰਦੁਸਤਾਨ ਦੇ ਪੁਰਾਣੇ ਮਤਾਂ ਵਿੱਚ ਨਿੱਜੀ ਜਾਂ ਵਿਅਕਤੀਗਤ ਆਚਰਣ ਦੀ ਉਸਾਰੀ ਉੱਪਰ ਹੀ ਬਹੁਤਾ ਜ਼ੋਰ ਦਿੱਤਾ ਗਿਆ ਸੀ। ਰਿਸ਼ੀਆਂ ਦਾ ਜੰਗਲਾਂ ਵਿੱਚ ਤਪ ਕਰਨਾ, ਜੋਗੀਆਂ ਦਾ ਸਮਾਧੀ ਲਾ ਕੇ ਬੈਠਣਾ, ਮੰਦਰਾਂ ਵਿੱਚ ਸਿਰਫ ਠਾਕੁਰ ਜਾਂ ਪੁਜਾਰੀ ਲਈ ਥਾਂ ਹੋਣੀ, ਇਹ ਸਭ ਇਸ ਵਿਚਾਰ ਦੇ ਪ੍ਰਤੀਕ ਹਨ ਕਿ ਸਤਸੰਗਤ ਦਾ ਰੁਝਾਨ ਨਹੀਂ ਸੀ। ਗੁਰੂ ਸਾਹਿਬਾਂ ਨੇ ਰੋਜ਼ਾਨਾ ਹੀ ਸਤਸੰਗਤ ਕਰਨ ਦਾ ਉਪਦੇਸ਼ ਦੇ ਕੇ ਸਮਾਨਤਾ ਤੇ ਜਮਾਤੀ ਆਚਰਣ ਦੀ ਉਸਾਰੀ ਲਈ ਸੇਧ ਦਿੱਤੀ। ਸਿੱਖ ਸੰਗਤ ਵਿੱਚ ਇਹ ਸ਼ੁਭ ਭਾਵਨਾ ਕੰਮ ਕਰਦੀ ਹੈ ਕਿ ਸੰਗਤ ਵਿੱਚ ਵਾਹਿਗੁਰੂ ਤੇ ਗੁਰੂ ਨਿਵਾਸ ਕਰਦੇ ਹਨ। ਇਹ ਸਿਧਾਂਤ ਸਿੱਖੀ ਦਾ ਹੈ। ਵਿੱਚ ਸੰਗਤ ਹਰ ਪ੍ਰਭ ਵਰਤ ਦਾ ਬੁੱਝੋ ਸ਼ਬਦ ਵਿਚਾਰ। ਸਿੱਖ ਧਰਮ ਵਿੱਚ ਮਨੁੱਖ ਨੂੰ ਕਰਮ ਯੋਗੀ ਬਣਾਇਆ ਹੈ। ਇਕਾਂਤ ਵਿੱਚ ਰਹਿਣ ਨਾਲ ਮਨ ਕੋਈ ਵਧੇਰੇ ਕਾਬੂ ਨਹੀਂ ਆਉਂਦਾ। ਸਤਿਗੁਰਾਂ ਨੇ ਸਿੱਖ ਨੂੰ ਇਕਾਂਤ ਦੀ ਥਾਂ ਸੰਸੰਗਤ ਅਤੇ ਸੰਨਿਆਸ ਦੀ ਥਾਂ ਗ੍ਰਹਿਸਥ ਮਾਰਗ ਧਾਰਨਾ ਦੱਸਿਆ ਹੈ। ਸਤਸੰਗਤ ਵਿੱਚ ਸ਼ੁਭ ਗੁਣਾ ਪੈਦਾ ਹੁੰਦੇ ਹਨ ਤੇ ਔਗਣ ਦੂਰ ਹੁੰਦੇ ਹਨ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਸਭ ਤੋਂ ਵੱਡੀ ਗੱਲ ਕਿ ਮਨੁੱਖੀ ਮਨ ਸ਼ੀਸ਼ੇ ਦੀ ਤਰ੍ਹਾਂ ਹੈ। ਇਸ ਵਿੱਚ ਜਿਹਾ ਅਕਸ਼ ਪਵੇਗਾ ਉਹ ਜਿਹਾ ਹੀ ਦਿਸੇਗਾ, ਜਾਂ ਕਹਿ ਲਓ ਮਨੁੱਖੀ ਮਨ ਪਾਣੀ ਦੀ ਤਰ੍ਹਾਂ ਹੈ। ਇਸ ਵਿੱਚ ਕੋਈ ਰੰਗ ਘੋਲ ਦਿਓ ਉਸੇ ਦਾ ਰੂਪ ਹੀ ਹੋ ਜਾਵੇਗਾ। ਇਸੇ ਲਈ ਸਾਧ ਸੰਗਤ ਕਰਨ ਦੀ ਵਾਰ-ਵਾਰ ਪ੍ਰੇਰਨਾ ਕੀਤੀ ਗਈ ਹੈ। ਕਈ ਵਾਰ ਮਨੁੱਖ ਚੰਗਾ ਹੁੰਦਾ ਹੈ ਤੇ ਅਣਜਾਣੇ ਵਿੱਚ ਸੰਗਤ ਬੁਰੀ ਹੋ ਜਾਵੇ ਤਾਂ ਉਸਦਾ ਨੁਕਸਾਨ ਹੋ ਜਾਂਦਾ ਹੈ। ਇਸ ਨੂੰ ਕੁਸੰਗਤ ਦੀ ਮਾਰ ਕਿਹਾ ਜਾਂਦਾ ਹੈ। ਭਗਤ ਕਬੀਰ ਜੀ ਨੇ ਇੱਕ ਸਲੋਕ ਵਿੱਚ ਅਜਿਹਾ ਹੀ ਰੂਪਕ ਚਿਤਰਿਆ ਹੈ ਕਿ ਬੇਰੀ ਦੇ ਰੁੱਖ ਪਾਸ ਉੱਗੇ ਹੋਏ ਕੇਲੇ ਦੇ ਬੂਟੇ ਦਾ ਹੀ ਹਾਲ ਹੁੰਦਾ ਹੈ। ਕੀ ਹਾਲ ਹੁੰਦਾ ਹੈ? ਬੇਰੀ ਹਵਾ ਚੱਲੀ ਤੋਂ ਝੂਲਦੀ ਹੈ ਤੇ ਉਸ ਦੇ ਕੰਡਿਆਂ ਨਾਲ ਕੇਲੇ ਦੇ ਕੋਮਲ ਪੱਤੇ ਚੀਰੇ ਜਾਂਦੇ ਹਨ। ਇਸੇ ਤਰ੍ਹਾਂ ਚੰਗੇ ਮਨੁੱਖ ਦਾ ਕਈ ਵਾਰ ਭੈੜੇ ਮਨੁੱਖ ਪਾਸ ਬੈਠਣ ਨਾਲ ਵੀ ਨੁਕਸਾਨ ਹੋ ਜਾਂਦਾ ਹੈ। ਫਰਮਾਨ ਹੈ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੂ ਬੇਰ, ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਹੇਰ। ਇਸੇ ਲਈ ਭਲੇ ਪੁਰਸ਼ਾਂ ਨੇ ਪੰਜਾਂ ਦੀ ਸੰਗਤ ਤੋਂ ਵਰਜਿਆ ਹੈ। ਝੂਠੇ ਆਦਮੀ ਦੀ ਸੰਗਤ ਨਾ ਕਰੋ, ਧੋਖਾ ਦੇਵੇਗਾ। ਦੂਜਾ, ਮੂਰਖ ਦੀ ਸੰਗਤ ਤੋਂ ਬਚੋ, ਨੁਕਸਾਨ ਹੀ ਹੋਵੇਗਾ। ਤੀਜਾ, ਕੰਜੂਸ ਦੀ ਸੰਗਤ ਤੋਂ ਬਚੋ, ਮਨ ਦਾ ਕਠੋਰ ਹੁੰਦਾ ਹੈ।
ਚੌਥਾ, ਕਾਇਰ ਜਾਂ ਡਰਪੋਕ ਦੀ ਸੰਗਤ ਨਾ ਕਰੋ, ਤੁਹਾਨੂੰ ਢਹਿੰਦੀ ਕਲਾ ਵਾਲਾ ਬਣਾ ਦੇਵੇਗਾ। ਪੰਜਵਾਂ, ਦੁਸ਼ਟ ਦੀ ਸੰਗਤ ਤੋਂ ਬਚੋ, ਕਿਸੇ ਦਾ ਭਲਾ ਨਹੀਂ ਕਰ ਸਕਦਾ। ਇਸੇ ਦਾ ਨਾਲ ਸਮੂਹ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਕਿਸੇ ਨਸ਼ੇੜੀ, ਨਿਕੰਮੇ, ਨਲਾਇਕ, ਨਾਸਤਿਕ ਤੇ ਨਾਹਵਾਚੀ ਸੋਚ ਵਾਲੇ ਦੀ ਭੁੱਲ ਕੇ ਵੀ ਸੰਗਤ ਨਾ ਕਰਨ। ਦੂਜੇ ਪਾਸੇ ਭਲੇ ਲੋਕਾਂ ਦੀ ਸੰਗਤ ਕਰਨ ਨਾਲ ਸਮਾਜ ਵਿੱਚ, ਪਰਿਵਾਰ ਵਿੱਚ ਤੇ ਸੰਸਾਰ ਵਿੱਚ ਸ਼ੋਭਾ ਮਿਲਦੀ ਹੈ। ਇਸ ਲਈ ਜਦੋਂ ਵੀ ਸਮਾਂ ਮਿਲੇ ਸਤਸੰਗਤ ਜ਼ਰੂਰ ਕਰਨੀ ਹੈ। ਸਾਧ ਸੰਗਤ ਕਰਨੀ ਆਪਣਾ ਵਿਕਾਸ ਹੈ। ਮਨੁੱਖ ਦੇ ਵਿਚਾਰਾਂ ਵਿੱਚੋਂ ਜਾਤ ਪਾਤ, ਊਚ ਨੀਚ ਤੇ ਛੂਤ ਛਾਤ ਦੇ ਭਰਮ ਤੇ ਵਿਤਕਰਾ ਦੂਰ ਹੁੰਦਾ ਹੈ। ਸਾਧ ਸੰਗਤ ਵਿੱਚ ਨਿਮਰਤਾ ਤੇ ਸਮਝ ਆਉਂਦੀ ਹੈ ਕਿ ਅਸੀਂ ਸਾਰੇ ਇੱਕ ਪਰਮਾਤਮਾ ਦੀ ਸੰਤਾਨ ਹਾਂ। ਇਸ ਤਰ੍ਹਾਂ ਦਇਆ, ਧਰਮ, ਸ਼ਰਧਾ ਭਾਵਨਾ ਵਿੱਚ ਪਰਪੱਕਤਾ ਆਉਂਦੀ ਹੈ। ਮਨੁੱਖਤਾ ਦਾ ਇਕੱਠੇ ਮੇਲ ਕੇ ਬੈਠਣਾ ਹੀ ਵੱਡਾ ਵਿਕਾਸ ਹੈ। ਏਕ ਨੂਰ ਤੇ ਸਭ ਜਗ ਉਪਜਿਆ ਅਤੇ ਮਾਨਸ ਕੀ ਜਾ ਸਭੇ ਇੱਕ ਪਛਾਨਬੋ ਦੀਆਂ ਸ਼ੁਭ ਭਾਵਨਾਵਾਂ ਸਾਧ ਸੰਗਤ ਵਿੱਚ ਹੀ ਪਰਪੱਕ ਹੁੰਦੀਆਂ ਹਨ। ਸਿੱਖ ਧਰਮ ਵਿੱਚ ਸਾਧ ਸੰਗਤ ਆਤਮਿਕ ਉੱਨਤੀ, ਸਮਾਜਿਕ ਤਰੱਕੀ ਤੇ ਸਾਂਝੇ ਕੌਮੀ ਜੀਵਨ ਦੀ ਉਸਾਰੀ ਲਈ ਅਤਿ ਜ਼ਰੂਰੀ ਹੈ। ਇਸੇ ਸੰਬੰਧੀ ਸਤਿਗੁਰ ਪੰਚਮ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਰਹਾਉ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।